ਕੇ ਨਾ ਕਰ ਜਾਵੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਮਨ ਨੂੰ ਭਾਵੇ ਸੋ ਨਿਹਾਲ ਹੋ ਜਾਵੇ। ਇਹ ਜਿਹੜੀ ਅੰਦਰਲੀ ਕਲਾ ਇੱਕ ਵਰਤਦੀ ਹੁੰਦੀ ਹੈ। ਕਲਾ ਇੱਕ ਅੱਖਰ ਹੈ ਜਾਇ। ਆਪਣੀ ਜਿੰਨੀ ਸੰਗਤ ਬੈਠੀ ਹੈ ਇਹਦੇ ਚੋਂ ਬਿਰਲੇ ਹੀ ਹੋਣਗੇ ਜਿਹੜੇ ਸਹਿਜ ਪਾਠ ਕਰਦੇ ਨੇ, ਸੰਥਿਆ ਕਰਦੇ ਨੇ, ਅਰਥਾਂ ਨੂੰ ਜਾਣਦੇ ਨੇ, ਸਮਝਦੇ ਨੇ। ਇਹ ਬਿਰਲੇ ਹੀ ਨੇ। ਪਰ ਇਹ ਗੱਲ ਦਾ ਖਿਆਲ ਰੱਖੋ, ਬਾਣੀ ਦੇ ਅੰਦਰ ਇੰਨਾ ਡੂੰਘਾ ਸਮੁੰਦਰ ਹੈ। ਵਿਚਾਰ ਕਰਦੇ ਕਰਦੇ ਜੇ ਮੇਰੀ ਉਮਰ 1 ਲੱਖ ਸਾਲ ਹੋਵੇ, 10 ਲੱਖ ਸਾਲ ਹੋਵੇ, ਤਾਂ ਵੀ ਮੈਂ ਇਹੀ ਕਹੂੰਗਾ ਹਾਲੇ ਤਾਂ ਥੋੜੀ ਜਿਹੀ ਡਾਰੀ ਵੱਜੀ ਹੈ, ਬਾਹਲਾ ਤਾਂ ਨਹੀਂ ਪਤਾ ਲੱਗਿਆ। ਬਾਣੀ ਦਾ ਇਤਨਾ ਅਗਾਧ ਬਹੁਤ ਸਮੁੰਦਰ ਹੈ। ਪੰਛੀ ਅਸਮਾਨ ਵਿੱਚ ਉੱਡ ਕੇ ਆਨੰਦ ਲੈ ਸਕਦਾ ਹੈ, ਪਰ ਅਸਮਾਨ ਦਾ ਅੰਤ ਨਹੀਂ ਪਾ ਸਕਦਾ। ਇੱਕ ਬੰਦਾ ਕਹਿੰਦਾ ਸਮੁੰਦਰ ਜਿੱਡੀ ਐ ਫਲਾਨੀ ਚੀਜ਼ ਸਮੁੰਦਰ। ਮੈਂ ਕਿਹਾ ਧਰਤੀ ਤਾਂ ਕਹਿੰਦਾ ਬਿਲਕੁਲ ਹੀ ਛੋਟਾ ਜਿਹਾ ਹਿੱਸਾ ਹੈ, ਸਮੁੰਦਰ ਬਹੁਤ ਵੱਡਾ ਹੈ। ਮੈਂ ਕਿਹਾ ਧਰਤੀ ਕਿੱਡੀ ਕੁ ਵੱਡੀ ਆ? ਕਦੇ ਗਲੈਕਸੀ ਦੇ ਵਿੱਚ ਜਾ ਕੇ ਦੇਖੀ ਧਰਤੀ ਕਿੰਨੀ ਕੁ ਵੱਡੀ। ਪਛਾਣ ਹੀ ਨਹੀਂ ਆਉਂਦੀ ਵੀ ਇੱਥੇ ਧਰਤੀ ਹੈ, ਸਿਰਫ ਐਰੋ ਲੱਗਿਆ ਹੋਇਆ ਉੱਥੇ। ਧਰਤੀ ਦਾ ਪਤਾ ਹੀ ਨਹੀਂ ਲੱਗਦਾ। ਕਹਿੰਦੇ ਸੂਰਜ ਇਦੋਂ ਵੀ ਵੱਡਾ। ਕਹਿੰਦੇ ਇੰਨੇ ਵੱਡੇ ਵੱਡੇ ਸੂਰਜ ਪਏ ਨੇ, ਸਾਡਾ ਸੂਰਜ ਉਹਨਾਂ ਮੂਹਰੇ ਸਰੋਂ ਦਾ ਦਾਣਾ ਲੱਗਦਾ। ਤੋ ਕਹਿਣ ਤੋਂ ਭਾਵ ਹੈ ਅਣਗਿਣਤ ਤਾਰੇ ਨੇ ਅਸਮਾਨ ਦੇ ਵਿੱਚ, ਪਰ ਸਭ ਤੋਂ ਵੱਡਾ ਕੀ ਹੈ? ਅਸਮਾਨ ਹੈ। ਅਸਮਾਨ ਤੋਂ ਵੱਡਾ ਕੌਣ ਹੈ? ਅਸਮਾਨ ਤੋਂ ਵੱਡਾ ਪਰਮਾਤਮਾ, ਜਿਹਦੇ ਵਿੱਚ ਸਾਰਾ ਕੁਝ ਸਮਾਇਆ ਹੋਇਆ। ਧਿਆਨ ਅੱਜ ਕੱਲ੍ਹ ਬਿਰਤੀਆਂ ਜਿਹੜੀਆਂ ਪਦਾਰਥਵਾਦੀ ਜ਼ਿਆਦਾ, ਪੈਸੇ ਵੱਲ ਨੂੰ ਥੋੜਾ ਧਿਆਨ ਜ਼ਿਆਦਾ ਹੈ। ਤੋ ਇਸ ਗੱਲ ਨੂੰ ਬੜੇ ਧਿਆਨ ਨਾਲ ਸੁਣੋ। ਸਾਰੀ ਦੁਨੀਆ ਪੈਸੇ ਲਈ ਹੀ ਦੌੜ ਭੱਜ ਕਰ ਰਹੀ ਹੈ। ਪੈਸੇ ਲਈ ਸੰਪੈ ਕਉ ਈਸ਼ਰ ਧਿਆਈਐ। ਲੋਕ ਸ਼ਿਵ ਜੀ ਦੀ ਆਰਾਧਨਾ ਕਰਦੇ ਆ ਸੰਪੈ, ਪੈਸੇ ਵਾਸਤੇ। ਸੰਪੈ ਕਉ ਈਸ਼ਰ ਧਿਆਈਐ, ਸੰਪੈ ਪੁਰਬ ਲਿਖੇ ਕੀ ਪਾਈਐ। ਪੈਸਾ ਪਿਛਲੇ ਜਨਮ ਦਾ ਦਾਨ ਕੀਤਾ ਹੋਇਆ ਹੀ ਮਸਤਕ ਤੇ ਲਿਖਿਆ ਹੁੰਦਾ, ਤਾਈਓ ਆਉਂਦਾ। ਕਹਿੰਦੇ ਬੰਦਾ ਕੀ ਬਣ ਜਾਂਦਾ? ਸੰਪੈ ਕਾਰਨ ਚਾਕਰ ਚੋਰ। ਪੈਸੇ ਕਰਕੇ ਬੰਦਾ ਜਿਹੜਾ ਹੈ ਉਹ ਚਾਕਰੀ ਕਰਦਾ, ਨੌਕਰੀ। ਚੋਰੀ ਕਾਹਦੇ ਲਈ ਕਰਦਾ? ਪੈਸੇ ਲਈ ਕਰਦਾ। ਦੁਨੀਆ ਦਾ ਕੋਈ ਕੰਮ ਆਪਾਂ ਕਾਹਦੇ ਲਈ ਕਰਦੇ ਆ? ਆਇਲਸ ਕਰਨੀ ਲੋਕ ਅੱਜ ਕੱਲ੍ਹ। ਮੇਰੇ ਕੋਲ ਹੋਰ ਫੋਨ ਨਹੀਂ ਆਉਂਦੇ ਹੁਣ ਕਿਸੇ ਦਾ ਇਹ ਫੋਨ ਨਹੀਂ ਆਉਂਦਾ ਕਿ ਸਿੱਖੀ ਮਿਲੇ, ਨਾਮਦਾਨ ਮਿਲੇ। ਹੁਣ ਇਹ ਆਉਂਦਾ ਵੀ ਕਾਕਾ ਰਹਿ ਗਿਆ, ਕੋਈ ਸ਼ਬਦ ਦੱਸੋ ਇਹ ਆਇਲਸ ਤੋਂ ਅੱਗੇ ਲੰਘ ਜੇ। ਫਿਰ ਬਾਹਰ ਜਾਊਗਾ, ਫਿਰ ਬਾਹਰ ਕੇਸ ਕਟਵਾਊਗਾ ਕਾਕਾ, ਫਿਰ ਨਾਲੇ ਮੌਜਾਂ ਕਰੂ, ਸ਼ਰਾਬ ਦੇ ਦਰਿਆ ਵਿੱਚ ਡੁੱਬੂ, ਇੱਥੇ ਹੀ ਡੁੱਬ ਲਾ। ਇਸ ਕਰਕੇ ਉੱਥੇ ਜਾ ਜਾ ਕੇ ਜਿਹੜੇ ਨੇ ਤੀਜੀ ਪੀੜ੍ਹੀ ਈਸਾਈਆਂ ਦੀ ਬਣ ਜਾਂਦੀ ਆ। ਪਹਿਲੀ ਸਿੱਖ, ਦੂਜੀ ਅੱਧੀ ਸਿੱਖ, ਤੀਜਾ ਈਸਾਈ। ਸੋ ਸਿੱਖੋ, ਥੋੜਾ ਜਿਹਾ ਹੋਸ਼ ਕਰੋ, ਹੋਸ਼। ਸਿੱਖੀ ਮਹਾਰਾਜ ਦੇ ਦੇਵੇ, ਭਾਵੇਂ ਛੋਲਿਆਂ ਦੇ ਦਾਣੇ ਚੱਬ ਕੇ ਗੁਜ਼ਾਰਾ ਕਰ ਲਈਏ। ਜੇ ਸਿੱਖੀ ਰਹੇਗੀ ਤਾਂ ਸੱਚਖੰਡ 'ਚ ਵੀ ਜਗ੍ਹਾ ਮਿਲ ਜਾਏਗੀ। ਜੇ ਸਿੱਖੀ ਹੋਈ ਨਾ ਰਹੀ, ਫਿਰ ਆਪਾਂ ਕਿਸੇ ਜੋਗੇ ਨਾ ਕਾਸੇ ਜੋਗੇ, ਕਿਤੇ ਵੀ ਨਹੀਂ, ਕਿਸੇ ਢੋਈ ਨਹੀਂ ਮਿਲਣੀ ਕਿਤੇ। ਇਹ ਗੱਲ ਦਾ ਪਹਿਲਾਂ ਧਿਆਨ ਰੱਖੋ ਸਾਰੇ। ਇਸ ਕਰਕੇ ਜਦੋਂ ਗੁਰਬਾਣੀ ਦੀ ਰਚਨਾ ਕੀਤੀ, ਗੁਰੂ ਨਾਨਕ ਸਾਹਿਬ ਨੇ ਸ਼ਬਦ ਉਚਾਰਨ ਕੀਤੇ। ਕਹਿੰਦੇ ਦਮਦਮੀ ਟਕਸਾਲ ਹੈ, ਟਕਸਾਲ 'ਚ ਅਰਥ ਪੜ੍ਹਾਏ ਜਾਂਦੇ ਨੇ। ਇਹ ਟਕਸਾਲ 10ਵੇਂ ਪਾਤਸ਼ਾਹ ਨੇ ਸਾਜੀ ਹੈ। ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਮੈਨੂੰ ਕਹਿੰਦੇ ਟਕਸਾਲ ਕਦੋਂ ਚੱਲੀ ਹੈ, ਕਿਹਨੇ ਚਲਾਈ ਹੈ? ਮੈਂ ਪਤਾ ਸੀ ਵੀ ਨਹੀਂ ਬੋਲਣਾ ਮੂਹਰੇ। ਉੱਚ ਕੋਟੀ ਦੇ ਬ੍ਰਹਮ ਗਿਆਨੀ ਸੀ ਉਹ, ਉਸ ਕਰਕੇ ਮੂਹਰੇ ਨਹੀਂ ਬੋਲਣਾ। ਮੈਂ ਕਿਹਾ ਬਈ ਸਾਡੀ ਇੰਨੀ ਬੁੱਧੀ ਨਹੀਂ ਹੈ, ਤੁਸੀਂ ਦੱਸੋ।
ਕਹਿੰਦੇ ਇਹ ਤਾਂ ਭਾਈ ਗੁਰੂ ਨਾਨਕ ਸਾਹਿਬ ਨੇ ਚਲਾਤੀ ਸੀ। ਜਦ ਪਹਿਲਾ ਸ਼ਬਦ ਪੜਿਆ ਗੁਰੂ ਨਾਨਕ ਸਾਹਿਬ ਨੇ, ਦੇਖੋ ਇੱਕ ਸ਼ਬਦ ਆ ਉਹਦੀ ਸੰਥਿਆ ਨਾ ਹੋਈ ਹੋਵੇ, ਉਹ ਪੜ੍ਹਨਾ ਹੀ ਨਹੀਂ ਆਉਂਦਾ ਕਿਸੇ ਨੂੰ। ਉਹ ਗੁਰੂ ਨਾਨਕ ਸਾਹਿਬ ਨੇ ਪਹਿਲਾ ਸ਼ਬਦ ਹੀ ਉਹ ਉਚਾਰਨ ਕੀਤਾ, ਯਗ ਅਰਜ ਗੁਫਤਮ ਪੇਸ਼ ਤੋਂ ਦਰ ਗੋਸ ਕੁਰ ਕਰਤਾਰ ਹੱਕਾ ਕਬੀਰ ਕਰੀਮ ਤੁਬੇ ਹੈ ਪਰਵਦਗਾਰ ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ। ਇਹ ਸ਼ਬਦ ਇਹ ਪੜ੍ਹਨਾ ਹੀ ਔਖਾ ਹੈ। ਨਾਨਕ ਬਗੋਇਲ ਜਨ ਤੁਰਾਂ ਤੇਰੇ ਚਾਕਰਾਂ ਪਾ ਖਾਕ। ਇਹਦੀ ਬੋਲੀ ਵੀ ਪਠਾਣਾ ਵਾਲੀ ਬੋਲਣੀ ਪੈਂਦੀ ਆ। ਹਮਾਰਾ ਇੱਕ ਆਸ ਵਸੇ, ਜੇ ਸੰਥਿਆ ਤੋਂ ਬਿਨਾਂ ਇਹ ਪਤਾ ਨਹੀਂ ਲੱਗਦਾ। ਜਿਹੜਾ ਦਾਸ ਨੇ ਜਾਪ ਸਾਹਿਬ ਪੜ੍ਹਿਆ ਸੁਤੇ ਸਿੱਧੀ, ਉਹਦੇ ਵਿੱਚ ਮੈਨੂੰ ਕਿਸੇ ਨੇ ਐ ਪੜ੍ਹਾਇਆ ਨਹੀਂ ਆ। ਉਸਤਾਦ ਤਾਂ ਇਹ ਕਹਿੰਦਾ ਸੀ ਜ਼ਮੀਨੁਲ ਜਮਾ ਹੈ ਅਮੀਕੁਲ ਇਮਾ। ਮੇਰੇ ਮੂੰਹ ਦੇ ਉੱਤੇ ਇਹੀ ਚੀਜ਼ ਦਾ ਜ਼ਮੀਨੁਲ ਜਮਾ ਹੈ ਅਮੀਕੁਲ ਇਮਾ ਹੈ, ਜ਼ਮੀਨੁਲ ਜਮਾ ਹੈ। ਇਹ ਬੋਲੀ ਉਧਰਲੀ ਆ, ਅਰਬੀ ਫਾਰਸੀ ਦੀ। ਇਸ ਕਰਕੇ ਗੁਰੂ ਨਾਨਕ ਸਾਹਿਬ ਨੇ ਪਹਿਲਾ ਸ਼ਬਦ ਉਚਾਰਨ ਕੀਤਾ। ਪੜ੍ਹਾਉਣ ਵਾਲਾ ਜਿਹੜਾ ਸੀਗਾ ਉੱਥੇ, ਉਹਨੂੰ ਸਮਝ ਹੀ ਨਾ ਆਇਆ। ਕਹਿਣ ਲੱਗਿਆ ਜੀ ਅਰਥ ਦੱਸੋ ਇਹਦਾ ਕੀ ਆ, ਫੇਰ ਹੀ ਪਤਾ ਲੱਗੂਗਾ। ਜਦੋਂ ਮਹਾਰਾਜ ਨੇ ਅਰਥ ਸੁਣਾਏ, ਇਹਦੇ ਵਿੱਚ ਇੱਕ ਪੰਕਤੀ ਆਉਂਦੀ ਆ, ਜਨ ਪਿਸਰ ਪਦਰ ਬਿਰਾਦਰਾਂ ਕਸਨੇਸ ਦਸਤੰਗੀਰ। ਇਹ ਬਹੁਤ ਸਾਰੇ ਪਾਠੀ ਪੜ੍ਹਦੇ ਜਨ, ਇਹ ਜਨ ਨਹੀਂ ਹੈਗਾ ਪਾਠ। ਜਨ ਹੁੰਦਾ ਜਿਵੇਂ ਆਪਾਂ ਸਮੂਹ ਜਨ ਬੈਠੇ ਆ। ਜਨ ਕਹਿੰਦੇ ਇਸਤਰੀ ਨੂੰ, ਅਰਬੀ ਫਾਰਸੀ ਵਾਲੇ। ਜਨ ਪਿਸਰ ਪਦਰ ਬਿਰਾਦਰਾਂ, ਸਾਰੀ ਅੰਗਰੇਜ਼ੀ ਦੇ ਨਾਲ ਹੀ ਰਲ ਜਾਂਦੀ ਗੱਲ। ਬਿਰਾਦਰਾਂ ਭਰਾ, ਮਾਂ ਬਾਪ, ਭੈਣ ਭਰਾ। ਇਸ ਕਰਕੇ ਗੁਰੂ ਨਾਨਕ ਸਾਹਿਬ ਨੇ ਉਹ ਪਹਿਲੇ ਅਰਥ ਕਰਕੇ ਸੁਣਾਏ। ਜਦੋਂ ਚਰਨ ਪਕੜੇ ਸੀ, ਕਹਿੰਦੇ ਇਹਨਾਂ ਨਾਲੋਂ ਵੱਡਾ ਕੋਈ ਨਹੀਂ ਹੋਰ ਹੋ ਸਕਦਾ। ਇਸ ਕਰਕੇ ਮਹਾਰਾਜ ਨੇ ਕੀਰਤਨ ਵਾਲੇ ਸ਼ਬਦ ਦੇ ਅਰਥ ਪਹਿਲਾਂ ਕੀਤੇ ਆ। ਇੱਕ ਹੁੰਦੀ ਵੀ ਬਸ ਗੱਲ ਤੇ ਗੱਲ ਸਿੱਟੀ ਤੁਰੀ ਆਉਣੀ, ਉਹ ਨਹੀਂ ਸਾਡੇ ਕੋਲ ਹੈਗੀ। ਮੈਂ ਹਰੇਕ ਗੱਲ ਦੀ ਪਹਿਲਾਂ ਵਿਚਾਰ ਕਰਦਾ ਵੀ ਪਹਿਲਾ ਸ਼ਬਦ 5 ਸਾਲ ਦੀ ਉਮਰ 'ਚ ਦਸਤਾਰ ਸਜਾ ਕੇ ਗੁਰੂ ਨਾਨਕ ਸਾਹਿਬ ਗਏ। ਉਦੋਂ ਸਕੂਲ ਨਹੀਂ ਸੀ ਹੁੰਦੇ, ਮਦਰਸੇ ਜੇ ਹੁੰਦੇ ਸੀ। ਸੋ ਮਹਾਰਾਜ ਨੇ ਪਹਿਲਾ ਸ਼ਬਦ ਇਹ ਪੜਿਆ। ਇਹ ਜਿਹੜੀ ਭਾਈ ਫਰੰਦੇ ਤੋਂ ਮੰਗਾਈ ਸੀ ਰਬਾਬ, ਭਾਈ ਮਰਦਾਨਾ ਜੀ ਨੂੰ ਭੇਜ ਕੇ, ਉਹ ਤਾਂ ਬਹੁਤ ਬਾਅਦ ਚ ਮੰਗਾਈ ਹੈ। ਇਸ ਕਰਕੇ ਇਹ ਕਥਾ ਦੀ ਟਕਸਾਲ, ਕੀਰਤਨ ਦੀ ਟਕਸਾਲ ਤਾਂ ਗੁਰੂ ਨਾਨਕ ਸਾਹਿਬ ਨੇ ਆਰੰਭ ਕਰ ਦਿੱਤੀ ਸੀ। ਉਹਨਾਂ ਨੇ ਸਾਡੇ ਤੇ ਕੀਰਤਨ ਕਥਾ ਦੀ ਬਖਸ਼ਿਸ਼ ਕੀਤੀ। ਹਾਂ, ਉਹਨਾਂ ਨੇ ਜਿਵੇਂ ਕਹਿੰਦੇ ਫਾਊਂਡਰ ਉਹ ਨੇ, ਸਟਾਰਟਿੰਗ ਉਹਨਾਂ ਤੋਂ ਹੁੰਦੀ ਹਰੇਕ ਚੀਜ਼ ਦੀ। ਪਰ ਹੌਲੀ ਹੌਲੀ ਫਿਰ ਸਾਨੂੰ ਮਿਲਿਆ ਸਭ ਕੁਝ। ਗੁਰੂ ਅੰਗਦ ਦੇਵ ਜੀ ਨੇ ਲਿਪੀ ਤਿਆਰ ਕੀਤੀ, ਊੜਾ ਐੜਾ ਈੜੀ ਸੱਸਾ ਹਾਹਾ। ਇਸੇ ਪ੍ਰਕਾਰ ਤੀਜੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ। ਅੱਗੇ ਮੱਲਾ ਖਾੜਾ ਗੁਰਦੁਆਰਾ ਵੀ ਗੁਰੂ ਅੰਗਦ ਦੇਵ ਜੀ ਨੇ ਰਚਿਆ। ਜੇ ਕਹੀਏ ਗੇਮਾਂ ਕਿੱਥੋਂ ਚੱਲੀਆਂ, ਖੇਡਾਂ ਖਾਲਸੇ ਪੰਥ ਵਿੱਚ, ਇਹ ਸ੍ਰੀ ਖਡੂਰ ਸਾਹਿਬ ਤੋਂ ਹੀ ਚੱਲੀਆਂ। ਮੱਲਾ ਖਾੜਾ ਗੁਰਦੁਆਰਾ, ਉੱਥੇ ਦਰਸ਼ਨ ਕਰੋ। ਜਿਹੜਾ ਗੁਰੂ ਅੰਗਦ ਦੇਵ ਮਹਾਰਾਜ ਲਿਪੀ ਬਖਸ਼ਿਸ਼ ਕੀਤੀ ਹੈ, ਪਹਿਲੇ ਪਾਤਸ਼ਾਹ ਨੇ ਪੱਟੀ ਲਿਖੀ ਬਾਣੀ, ਆਸਾ ਮਹੱਲਾ ਪਹਿਲਾ ਪੱਟੀ। ਤੀਜੇ ਪਾਤਸ਼ਾਹ ਨੇ ਪੱਟੀ ਲਿਖੀ ਆ। ਜਿਹੜੇ ਆਪਣੇ ਚ ਪੁਰਾਣੇ ਬੈਠੇ ਆ, ਜਦ ਸਕੂਲ ਜਿਹੜੇ ਫੱਟੀਆਂ ਲੈ ਕੇ ਜਾਂਦੇ ਹੁੰਦੇ ਸੀ, ਆਪਾਂ ਫੱਟੀਆਂ ਲਿਜਾਣ ਵਾਲੇ ਜਿਹੜੇ ਬੈਠੇ ਆ, ਬੜੀ ਸਜਾਉਂਦੇ ਸੀ। ਗਾਚ ਨਹੀਂ ਲਿਆ ਕੇ ਚੰਗੀ ਤਰ੍ਹਾਂ ਚਾਰੇ ਪਾਸੇ ਹੱਥ ਫੇਰ ਕੇ ਇੱਕ ਬਣਾ ਕੇ ਉਹਦੇ ਉੱਤੇ ਫਿਰ ਲਿਖ ਕੇ ਆਉਂਦੇ ਸੀਗੇ। ਆਪਾਂ ਉਹਨੂੰ ਫੱਟੀ ਕਹਿੰਦੇ, ਇੱਥੇ ਪੱਟੀ ਲਿਖਿਆ। ਰੀਰੀ ਲੱਲੀ ਪਾਪ ਕਮਾਣੇ, ਪੜ੍ਹ ਕੇ ਦੇਖ। 52 ਅੱਖਰੀ ਲਿਖਿਆ ਬਾਣੀ ਤੇ, ਪੰਜਵੇਂ ਪਾਤਸ਼ਾਹ ਲਿਖੀ ਹੈ। ਅੱਖਰਾਂ ਦੀ ਬਣਤਰ, ਜਿਹੜੇ ਅੱਖਰ ਰਹਿ ਗਏ ਕਿਸੇ ਪਾਤਸ਼ਾਹ ਨੇ ਲਿਖੇ, ਉਹ ਚੌਥੇ ਪਾਤਸ਼ਾਹ ਨੇ ਲਿਖਿਆ। ਸਹਿਲੰਗ, ਅੰਗ, ਬਹੁਤ ਸਾਰੇ ਐਸੇ ਅੱਖਰ ਨੇ ਮਹਾਰਾਜ ਨੇ ਚੌਥੇ ਪਾਤਸ਼ਾਹ ਨੇ ਅੱਖਰ ਸਫਲੇ ਕੀਤੇ ਆ। ਸੋ ਇਸ ਕਰਕੇ ਇਹ ਸਾਰੀ ਚੀਜ਼ ਸਾਨੂੰ ਕਦੋਂ ਕਾ ਕੇ ਮਿਲੀ? ਪੰਜਵੇਂ ਪਾਤਸ਼ਾਹ ਵੇਲੇ ਭਾਈ ਸੱਤਾ ਬਲਵੰਡਾ ਜੀ ਦਾ ਹੁਣ ਜ਼ਿਕਰ ਢਾਡੀ ਸਿੰਘ ਕਰ ਰਹੇ ਸੀ। ਤਾਂ ਪੰਜਵੇਂ ਪਾਤਸ਼ਾਹ ਵੇਲੇ
ਉਹਨਾਂ ਨੇ ਜਵਾਬ ਦੇਣਾ ਸ਼ੁਰੂ ਕਰ ਦਿੱਤਾ ਸੀ, ਅਸੀਂ ਨਹੀਂ ਕੀਰਤਨ ਕਰਨਾ। ਜੇ ਸਾਡੇ ਮਰਦਾਨਾ ਜੀ ਨਾ ਹੁੰਦੇ, ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਪੁੱਛਣਾ ਸੀ। ਇਹ ਤਰਤੀਬ ਵੀ ਯਾਦ ਰੱਖਿਆ ਕਰੋ। ਭਾਈ ਮਰਦਾਨਾ ਜੀ, ਦਾਨਾ ਜੀ, ਦਾਲਾ ਜੀ, ਸੱਤਾ ਬਲਵੰਡਾ ਜੀ, ਫਿਰ ਉਹ ਜਦੋਂ ਉਹ ਚੜਾਈ ਕਰ ਗਏ, ਲਾਹੌਰ ਸਰੀਰ ਛੱਡਿਆ ਸੀ, ਇਹਨਾਂ ਦਾ ਅੱਗੇ ਸੀ ਬਾਬਕ। ਬਾਬਕ ਦੇ ਦੋ ਕੰਮ ਸੀ, ਕੀਰਤਨ ਵੀ ਕਰਨਾ ਤੇ ਜੰਗ ਵੀ ਕਰਨਾ। ਉਹ ਰਿਹਾ ਮਹਾਰਾਜ ਅੱਗੇ 7ਵੇਂ 8ਵੇਂ ਪਾਤਸ਼ਾਹ ਤੱਕ। ਫਿਰ ਅੱਗੇ ਦੋ ਰਾਗੀ ਹੋਰ ਆਏ ਸੀ, ਉਹਨਾਂ ਦਾ ਇਹਨਾਂ ਦੀ ਕੋਲ ਵਿੱਚੋਂ ਉਹ ਸੀ ਕਿ ਭਾਈ ਸੱਦੂ ਤੇ ਮੱਦੂ, ਜਿਨ੍ਹਾਂ ਨੇ ਮਾਤਾ ਸਾਹਿਬ ਕੌਰ ਜੀ ਦਾ ਆਨੰਦ ਕਾਰਜਾਂ ਸਾਰੇ ਆਨੰਦ ਕਾਰਜ ਕਰਾਏ ਸੀ। ਇੱਕ ਤਾਂ ਇਹ ਲੜੀ ਯਾਦ ਰੱਖਿਆ ਕਰੋ, ਰਾਗੀ ਕਿਹੜੇ ਕਿਹੜੇ ਹੋਏ ਆ। ਇੱਕ ਲੜੀ ਇਹ ਯਾਦ ਰੱਖਣੀ ਆ ਵੀ ਪਹਿਲੇ ਪਾਤਸ਼ਾਹ ਦੇ ਕਿੰਨੇ ਸਾਹਿਬਜ਼ਾਦੇ ਸੀ, ਨਾ ਸਾਰਾ ਪਰਿਵਾਰ ਯਾਦ ਰੱਖਿਆ ਕਰੋ। ਦੂਜੇ ਪਾਤਸ਼ਾਹ ਦੇ ਕਿਹੜੇ ਹੋਏ ਆ, ਅੱਗੇ ਅੱਗੇ ਤੀਜੇ ਪਾਤਸ਼ਾਹ ਦੀਆਂ ਸਪੁੱਤਰੀ। ਮੈਨੂੰ ਅੱਜ ਯਾਦ ਆ ਰਿਹਾ ਸੀ ਜਦ ਕਥਾ ਕਰਦੇ ਸੀ, ਉਦੋਂ ਤੀਜੇ ਪਾਤਸ਼ਾਹ ਦੇ ਬਾਬਾ ਮੋਹਨ ਜੀ ਬਾਣੀ ਜਿੰਨੀ ਉਹਨੂੰ ਸੋਝੀ ਹੋ ਗਈ ਸੀ, ਬਾਣੀ ਦੀ ਬਖਸ਼ਿਸ਼ਾਂ ਹੋ ਗਈਆਂ ਸੀ ਬਾਣੀ ਦੀ। ਉਹਨਾਂ ਨੇ ਇਹ ਸਾਰੀਆਂ ਪੋਥੀਆਂ ਫਿਰ ਰੱਖੀਆਂ। ਹੌਲੀ ਬਾਬਾ ਮੋਹਨ ਜੀ ਕੋਲੇ ਸਾਰੀਆਂ ਪੋਥੀਆਂ ਸੀ,